ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਰਾਣਾ ਭਬੋਰ ਦਾ ਤੀਸਰਾ ਹਿੱਸਾ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਰਾਣੀ: ਮਹਾਰਾਜ, ਮੈਂ ਸੁਣਿਆ ਹੈ ਸ੍ਰੀ ਜੀ ਸਾਡੇ ਰਾਜ ਨੂੰ ਚਰਨ ਕਮਲਾਂ ਨਾਲ ਪਵਿੱਤਰ ਕਰ ਗਏ ਹਨ। ਰਾਜਾ: ਕਿਸ ਤੋਂ ਸੁਣਿਆ ਨੇ? ਰਾਣੀ: ਨਿੱਕੋ ਤੋਂ। ਰਾਜਾ: ਨਿੱਕੋ ਪਟਿੱਕੋ ਬੜੀ ਪਾੜੇ ਪਟੜੀਏ। ਅੱਜ ਦੁਪਹਿਰਾਂ ਦੀ ਗੱਲ ਹੈ, ਮੇਰੇ ਪਾਸ ਸਰਕਾਰੀ ਸੌ ਹੁਣੇ ਅਪੜੀ ਹੈ, ਇਹ ਪਹਿਲਾਂ ਹੀ ਕਿੱਥੋਂ ਉੱਡ ਕੇ ਤੱਕ ਆਈ। ਰਾਣੀ: ਕੋਈ ਗਵਾਲਨ ਆਈ ਹੈ ਜੋ ਪੋਠੋਹਾਰ ਤੋਂ ਉੱਜੜ ਕੇ ਆਇਆਂ ਵਿੱਚੋਂ ਹੈ। ਉਹ ਆਪਣੇ ਪਿੰਡੋਂ ਨਗਰ ਨੂੰ ਆ ਰਹੀ ਸੀ, ਦੁੱਧ ਦੀ ਮਟਕੀ ਸਿਰ ਤੇ ਸਾਸੋ। ਬਨ ਵਿੱਚ ਸਤਿਗੁਰਾਂ ਨੂੰ ਤੱਕ ਕੇ ਖੜੀ ਹੋ ਗਈ ਤੇ ਬੋਲੀ, ਘੁੱਟ ਦੁੱਧ ਦਾ ਪੀ ਲਓ। ਸਤਿਗੁਰਾਂ ਆਖਿਆ, ਕਿਉਂ? ਤਾਂ ਕਹਿਣ ਲੱਗੀ, ਮੈਨੂੰ ਪਤਾ ਨਹੀਂ, ਤੁਸਾਂ ਦਾਰ ਤੱਕ ਕੇ ਚਾਉ ਚੜਾਇਆ ਹੈ। ਆਪ ਬੋਲੇ, ਕਿਉਂ? ਬੋਲੀ, ਮੈਨੂੰ ਪਤਾ ਨਹੀਂ, ਕਲੇਜਾ ਧੜਕਣਾ ਹੈ, ਅੱਖਾਂ ਫੁਰਕਣੀਆਂ ਹਨ, ਸਿਰ ਮਗਦਾ ਹੈ ਤੇ ਇਹੋ ਉਮੰਗ ਹੁੰਦੀ ਹੈ ਕਿ ਦੁੱਧ ਆਪ ਪੀ ਲਓ। ਮਹਾਰਾਜ ਬੋਲੇ, ਅਸੀਂ ਕੌਣ ਹਾਂ? ਕਹਿਣ ਲੱਗੀ, ਨਹੀਂ ਜਾਣਦੀ ਤੁਸੀਂ ਕੌਣ ਹੋ, ਆਪ ਮੁਹਾਰਾ ਮਨ ਚਾਓ ਪਰ ਆਇਆ ਹੈ। ਸਤਿਗੁਰ ਕਿਹਾ, ਮੁੱਲ ਲੈਸੋ। ਕਹਿਣ ਲੱਗੀ, ਦੁੱਧ ਵੇਚਿਆ ਤਾਂ ਪੁੱਤ ਵੇਚਿਆ, ਪੁੱਤ ਵੇਚਿਆ ਤਾਂ ਰਿਹਾ ਕੀ। ਆਪ ਬੋਲੇ, ਬਿਨਾਂ ਮੁੱਲ ਕਿੰਜ ਪੀਵੀਏ। ਬੋਲੀ, ਅਸਾਂ ਕੰਗਾਲਾਂ ਦਾਰ ਤੱਕਨੇ ਹੋ, ਤੱਕਣੀ ਨਾਲ ਠੰਡ ਪੈਣੀ ਏ, ਹੋਰ ਕੇ ਮੁੱਲ ਮੰਗਾ। ਆਪ ਬੋਲੇ, ਇੰਜ ਨਾ ਪੀਂਦੇ ਹਾਂ। ਇਹ ਸੁਣ ਰੋ ਪਈ, ਨੈਣ ਮਿਟ ਗਏ, ਰੰਗ ਬਦਲ ਗਿਆ। ਫਿਰ ਨੈਣ ਖੋਲੇ, ਹੌਕਾ ਲਿਆ, ਖਬਰੇ ਕਿੰਨਾ ਜੁਗਾਂ ਦੀ ਦੁੱਧ ਲਈ ਪਈ ਮਗਰੇ ਮਗਰੇ ਫਿਰਨੀ ਹਾਂ, ਮੈਥੋਂ ਕਿਉਂ ਨਹੀਂ ਪੀਂਦੇ। ਪੈਸੇ ਜਿੰਨੇ ਲੈਸਾਂ ਦੂਏ ਦਿਨ ਮੁੱਕ ਜਾ ਸੁਣ, ਮੁੱਲ ਹੀ ਦੇ ਕੇ ਪੀਓਗੇ। ਪੀਓ, ਪੀਓ ਸਹੀ, ਮੁੱਲ ਹੀ ਦਿਓ, ਦਿਓ ਨਾ ਤੇ ਪੀਓ ਨਾ। ਤੁਸੀਂ ਦਾਤੇ ਜੋ ਹੋਏ, ਦਿਓ ਨਾ, ਪਰ ਜਿਹੜੇ ਵੱਡੇ ਹੋ ਓਡਾ ਮੁੱਲ ਦਿਓ। ਪੈਸੇ ਮੁੱਕ ਜਾ ਸੁਣ, ਤੁਸਾਂ ਪਾਸ ਵੇਚਾਂ ਤਾਂ ਕੁਛ ਤੁਹਾਡੇ ਜਿਹੜਾ ਮੁੱਲ ਪਵੇ। ਹਾਏ ਰਾਮ, ਰਾਮ ਹੈ ਕਿ ਕ੍ਰਿਸ਼ਨ, ਕ੍ਰਿਸ਼ਨ ਹੈ ਕਿ ਰੱਬ, ਰੱਬ ਹੈ ਕਿ ਉਹ ਹੈ ਕਿ ਮੈਂ ਹਾਂ ਕਿ ਦੁੱਧ, ਦੁੱਧ ਹੈ ਕਿ ਪੈਸੇ, ਪੈਸੇ ਹਨ ਕਿ ਦਰਸ਼ਨ, ਦਰਸ਼ਨ ਹੈ ਕਿ ਤੂੰ ਹੈ ਕਿ ਮੈਂ ਹੈ। ਆਹ ਚਲਿਆ ਜੇ ਦੁੱਧ ਖੀਰ ਸਮੁੰਦਰ ਨੂੰ, ਆਪੇ ਪਿਆ ਰਿੜਕੀ, ਆਪੇ ਪਿਆ ਪੀਵੀਂ। ਅਸੀਂ ਚੱਲੇ ਹਾਂ ਚਾਹਨਾ ਦੇ ਦੇਸ਼। ਇਸ ਤਰ੍ਹਾਂ ਦੇ ਔਲੇ ਮੌਲੇ ਵਾਹ ਕਹਿ ਰਹੀ ਸੀ। ਕਲਗੀਧਰ ਜੀ ਦੇ ਚਿਹਰੇ ਨੇ ਵੱਟ ਖਾਧਾ, ਭਰਵੱਟਿਆਂ ਵਿੱਚ ਵੱਟ ਪਿਆ, ਬੁੱਲ ਦੰਦਾਂ ਵਿੱਚ ਦੱਬੇ ਗਏ, ਨੈਣ ਮੁੰਦ ਗਏ ਤੇ ਪਲ ਮਗਰੋਂ ਛਾਲ ਮਾਰ ਕੇ ਉਤਰੇ। ਮਟਕੀ ਆਪ ਸਿਰੋਂ ਚਾਈ, ਮੂੰਹ ਲਾ ਲਿਆ ਤੇ ਸਾਰਾ ਮੱਗਾ ਦੁੱਧ ਦਾ ਪੀ ਗਏ। ਜਿਉਂ-ਜਿਉਂ ਦੁੱਧ ਪੀਤਾ, ਉਸਦੀ ਹੋਸ਼ ਫਿਰਦੀ ਗਈ, ਸ਼ੁਕਰ ਸ਼ੁਕਰ ਆਖਣ ਲੱਗ ਗਈ। ਮੈਂ ਕਿੱਥੇ ਸਾਂ? ਵਾਹਿਗੁਰੂ, ਕੀ ਹੋਇਆ? ਵਾਹਿਗੁਰੂ ਦਾ ਦੇਸ਼ ਕਿਹੜਾ ਹੋਇਆ? ਕੌਣ ਰਾਜਾ ਹੈ ਉਸ ਦੇਸ਼ ਦਾ? ਮੈਨੂੰ ਉਸ ਦੇਸ਼ ਕੌਣ ਲੈ ਗਿਆ? ਉਸ ਦੇਸ਼ ਨੇ ਜੋਰੀ ਆਪੇ ਮੇਰੀ ਮਟਕੀ ਚਾ ਕੇ ਸਾਰਾ ਦੁੱਧ ਪੀ ਲਿਆ। ਕੌਣ ਰਾਜਾ ਸੀ ਐਡਾ ਸੋਹਣਾ ਤੇ ਬਲੀ, ਮੈਨੂੰ ਫਿਰ ਇੱਥੇ ਛੋੜ ਗਿਆ ਹੈ। ਇਹ ਮੇਰੇ ਸਰੀਰ, ਇਹ ਮੇਰੇ ਅੰਦਰ ਕੀ ਧੁੰਨ ਪੈ ਗਈ ਹੈ। ਲੂੰ ਲੂੰ ਵਾਹਿਗੁਰੂ ਕਹਿ ਰਹੇ ਹਨ, ਮੈਂ ਹਲਕੀ ਫੁੱਲ ਹੋ ਗਈ ਹਾਂ, ਮੇਰਾ ਭਾਰ ਤੋਲ ਕੋਈ ਨਹੀਂ ਰਿਹਾ। ਵਾਹਿਗੁਰੂ, ਕਿਉਂ ਮੱਲੋ ਮੱਲੀ ਹੋ ਰਿਹਾ ਹੈ? ਇਸ ਵਿੱਚ ਸਵਾਦ ਕਿਆ ਆ ਰਿਹਾ ਹੈ? ਅੱਛਾ, ਇਹ ਦੁੱਧ ਦਾ ਮੁੱਲ ਹੈ। ਵਾਹਿਗੁਰੂ ਦੇ ਦੇਸ਼ ਇਹੋ ਸਿੱਕਾ ਟੁਰਦਾ ਹੋਊ, ਚੰਗਾ ਮੁੱਲ ਮਿਲ ਗਿਆ। ਮੈਂ ਮੂਰਖ ਆਖਾਂ ਇੰਜੇ ਪੀਓ ਤੇ ਉਹ ਆਖਣ ਮੁੱਲ ਲਓ। ਮੈਂ ਕੀ ਜਾਣਾ, ਮੁੱਲ ਪੈਸੇ ਨਹੀਂ ਪਰ ਆਹ ਰਸ ਮਿਲੇਗਾ। ਦੁਹਾਈ ਵੇ ਲੋਕਾ, ਮੈਂ ਗਊ ਰਸ ਦਿੱਤਾ ਤੇ ਰਾਮ ਰਸ ਪਾਇਆ ਨੇ,
आओ वे लोको व्यापारी आया ने, करो वे सौदे, देओ वे सौदे, देओ वे गौरस, लवो वे मुल, हाँ मुल राम रस। इਉਂ राजा जी ਇਹ ਗਵਾਲਨ ਕਿਸੇ ਅਚਰਜ ਹੀ ਹਾਲ ਤੇ ਰਸਮਤੀ ਨਗਰੀ ਆਈ। ਨਿੱਕੋ ਦੀ ਇਹ ਜਾਣੂ ਸੀ। ਇਸਨੇ ਘਰ ਲੈ ਆਂਦਾ, ਪਿਆਰ ਕੀਤਾ, ਬਿਠਾਇਆ। ਇਸ ਦੀ ਹੁਣ ਹੋਸ਼ ਸਾਰੀ ਸਲਾਮਤ ਹੋ ਗਈ ਹੈ ਤੇ ਸਿਰ ਬੀਤੀ ਸਾਰੀ ਆਪੇ ਦਸੀ ਸੂ, ਜਿੰਨੀ ਕੋ ਯਾਦ ਸਾਸੂ। ਇੱਕ ਇਸ ਦੀ ਸਹੇਲੀ ਨਾਲ ਸੀ, ਬਾਕੀ ਸਾਰਾ ਹਾਲ ਉਸਨੇ ਦੱਸਿਆ ਹੈ। ਉਹ ਆਖਦੀ ਹੈ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਉਹ ਆਨੰਦਪੁਰ ਰਹਿ ਆਈ ਹੋਈ ਹੈ, ਪਰ ਇਸ ਨੂੰ ਹੁਣ ਤੱਕ ਪਤਾ ਨਹੀਂ ਸੀ। ਪੂਰੀ ਹੋਸ਼ ਆਈ ਤੇ ਪਤਾ ਲੱਗਾ ਸੂ ਕਿ ਉਹ ਦੁੱਧ ਕਲਗੀਧਰ ਜੀ ਨੂੰ ਪਿਲਾ ਆਈ ਹੈ ਤੇ ਵਾਹਿਗੁਰੂ ਨਾਮ ਲੈ ਆਈ ਹੈ। ਰਾਜੇ ਨੇ ਵਾਰਤਾ ਸੁਣੀ। ਰਾਣੀ ਚਿਹਰਾ ਤੱਕਦੀ ਸੀ। ਕਿੰਨੀ ਵੇਰ ਰਾਣੀ ਦੇ ਲੂਹ ਕੰਢੇ ਹੋਏ, ਕਿੰਨੀ ਵੇਰ ਰੋਈ, ਪਰ ਰਾਜੇ ਦਾ ਚਿਹਰਾ ਇੱਕੋ ਜਿਹਾ ਰਿਹਾ। ਕੋਈ ਭਾਵ ਪ੍ਰਤੀਤ ਨਹੀਂ ਦਿੱਤਾ। ਇੱਕ ਦੋ ਵੇਰ ਰਤਾ ਰਤਾ ਬੁੱਲ ਟੁੱਕੇ ਤੇ ਰਤਾ ਰਤਾ ਅੱਖਾਂ ਅਨੋਖੇ ਜਿਹੇ ਚਮਕਾਰ ਵਿੱਚ ਗਈਆਂ, ਪਰ ਬੇਮਾਲੂਮੇ। ਰਾਣੀ ਤੋਂ ਹੁਣ ਰਿਹਾ ਨਾ ਗਿਆ। ਬੇਤਾਬ ਹੋ ਕੇ ਬੋਲੀ, ਹੁਣ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਵਿੱਚ ਹੋ। ਐਡੀ ਖੁਸ਼ੀ ਦੀ, ਐਡੀ ਅਚਰਜ, ਐਡੀ ਸ਼ਕਤੀ ਤੇ ਪਿਆਰ ਦੀ ਗੱਲ ਸੁਣ ਕੇ ਵੀ ਤੁਹਾਡੇ ਦਿਲ ਨੂੰ ਕੋਈ ਪਿਆਰ, ਕੋਈ ਖਿੱਚ ਦਾ ਤੁਣਕਾ ਨਹੀਂ ਵੱਜਾ। ਰਾਜਾ, ਅੰਦਰ ਦੀ ਦੁਨੀਆ ਦੇ ਕਰਤਬ ਅੰਦਰ। ਰਾਣੀ, ਕੋਈ ਓਪਰਾ ਨਹੀਂ ਬੈਠਾ, ਮਹਿਰਮ ਬੈਠੀ ਹਾਂ। ਦਿਲ ਨੂੰ ਖੁੱਲ੍ਹਾ ਛੱਡਦੇ ਰਤਾ ਅੰਦਰਲੇ ਭਾਵਾਂ ਦਾ ਰਸ ਆ ਜਾਂਦਾ। ਰਾਜਾ, ਕੋਈ ਬੁਲਬੁਲ ਹੈ, ਕੋਈ ਪਰਵਾਨਾ, ਪਰਵਾਨਾ ਬੁਲਬੁਲ ਕਿਵੇਂ ਬਣੇ? ਰਾਣੀ, ਪਰ ਤੁਸੀਂ ਤਾਂ ਆਪਣੇ ਦਿਲ ਨੂੰ ਡੱਕਦੇ ਹੋ ਮੇਰੀ ਜਾਚੇ। ਰਾਜਾ, ਭੂਤ ਡੱਕੇ ਹੀ ਚੰਗੇ, ਖੁੱਲ ਦਿੱਤੀ ਨਹੀਂ, ਇਹ ਫਿਰ ਸਵਾਰ ਹੋਏ ਨੇ। ਰਾਣੀ, ਇੰਨਾ ਨਾ। ਰਾਜਾ, ਜੇ ਪ੍ਰੀਤ ਕਣੀ ਅੰਦਰ ਹੋਵੇ ਤਾਂ ਨੱਪ ਕੇ ਰੱਖੋ, ਬੋਲੋ ਤਾਂ ਚਮਕ ਘਟਦੀ ਹੈ, ਹਾਵਾਂ ਭਾਵਾਂ ਨਾਲ ਪ੍ਰਗਟ ਕਰੋ ਤਾਂ ਚਮਕ ਟੁੱਟਦੀ ਹੈ। ਅੰਦਰਲਾ ਪਿਆਰ ਨਾਲ ਘੁਲ ਘੁਲ ਕੇ ਵਗ ਟੁਰੇ, ਪਰ ਨੈਣਾ ਨੂੰ, ਮੱਥੇ ਨੂੰ, ਬੁੱਲਾਂ ਨੂੰ, ਰੁਮਾਵਲ ਨੂੰ ਖਬਰ ਨਾ ਹੋਣ ਦੇਵੇ। ਦਾਨ ਕਰੇ ਸੱਜਾ ਹੱਥ, ਖੱਬੇ ਨੂੰ ਸਾਰ ਨਾ ਪਵੇ। ਪਿਆਰ ਕਰੇ ਦਿਲ ਤਾਂ ਚਰਨਾਟ ਪਿਛਲੇ ਪਾਸੇ ਆਤਮਾ ਨੂੰ ਜਾਵੇ, ਬਾਹਰਲੇ ਪਾਸੇ ਇੰਦਰੀਆਂ ਵੱਲ ਨੂੰ ਕਿਉਂ ਜਾਵੇ? ਰਾਣੀ, ਹਾਏ ਮੈਂ ਨਿਕਾਰੀ ਏਡੇ ਜੇਰੇ, ਪਰ ਤੁਹਾਡਾ ਜੀ ਦਰਸ਼ਨਾਂ ਨੂੰ ਨਹੀਂ ਤੜਫਦਾ। ਰਾਜਾ, ਤੜਫਦਾ ਹੈ, ਹੁਣ ਬਸ ਚਾ ਕਰੋ। ਰਾਣੀ, ਬੇਅਦਬੀ ਦੀ ਖਿਮਾ, ਜੇ ਤੜਫਣਾ ਹੈ ਤਾਂ ਮੁਰਾਦ ਕਿਸ ਤਰ੍ਹਾਂ ਪੁੱਗੂ? ਚੁੱਪ ਬੈਠਿਆਂ ਕੀ ਬਣੂ? ਰਾਜਾ, ਅੱਗੇ ਇਹ ਸਰੀਰ, ਮਨ, ਆਤਮਾ, ਜਨਮ, ਰਾਜ ਭਾਗ ਤੇ ਤੁਸੀਂ ਪ੍ਰਿਆਵਰ ਬਿਨ ਬੋਲੇ ਮਿਲੇ ਹਨ। ਦਾਤਾ ਬੇਜ਼ਬਾਨਾਂ ਦੀ ਵੀ ਸੁਣਦਾ ਹੈ। ਰਾਣੀ ਰੋ ਕੇ, ਚਲੋ ਬਸਾਲੀ ਦਰਸ਼ਨ ਕਰੀਏ। ਰਾਜਾ, ਕਦੇ ਬ੍ਰਿਛ ਬੂਟੇ, ਬੂਟੀਆਂ, ਮਾਲੀਆਂ ਪਾਸ ਟੁਰ ਕੇ ਗਏ ਹਨ? ਮਾਲੀ ਆਪ ਉਹਨਾਂ ਨੂੰ ਬੂਟੇ ਬੂਟੇ ਫਿਰ ਕੇ ਪਾਣੀ ਪਾਉਂਦਾ ਹੈ, ਪਾਲਦਾ ਹੈ। ਰਾਣੀਏ, ਬੂਟੇ ਕਦੇ ਮਾਲੀਆਂ ਦੇ ਮਗਰ ਨਹੀਂ ਭੱਜੇ। ਰਾਣੀ, ਤਾਂ ਕੋਈ ਸਿੱਖ ਜਗਿਆਸੂ, ਰੱਬ ਦਾ ਤਲਾਸ਼ੂ, ਪੀਰਾਂ ਫਕੀਰਾਂ ਸੰਤਾਂ ਪਾਸ ਨਾ ਜਾਇਆ ਕਰੇ। ਰਾਜਾ, ਜਾਣ ਜ਼ਰੂਰ ਜਾਣ, ਪਰ ਕਦੇ ਮੂਰਖ ਤੇ ਸਾਕਤ, ਕਦੇ ਭੁੱਲੇ ਹੋਏ ਤੇ ਅਣਜਾਣ ਵੀ ਜਾਣਦੇ ਹਨ। ਉਹਨਾਂ ਨੂੰ ਜਾਣ ਦੀ ਜਾਚ ਨਹੀਂ। ਬੂਟੇ ਮਾਲੀ ਦੇ ਘਰ ਜਾਣੋ ਇਸ ਕਰਕੇ ਤਾਂ ਨਹੀਂ ਰੁਕਦੇ ਕਿ ਉਹਨਾਂ ਨੂੰ ਕੋਈ ਤਾਣ ਹੈ ਤੇ ਨਹੀਂ ਜਾਣਦੇ। ਖਬਰੇ ਜੇ ਪੈਰ ਹੁੰਦੇ ਤਾਂ ਉਹ ਭੱਜੇ ਹੀ ਫਿਰਦੇ, ਵਿਚਾਰਿਆਂ ਨੂੰ ਪੈਰ ਨਹੀਂ। ਮੇਰੇ ਵੀ ਉਹ ਸ਼ੈ ਹੈ ਨਹੀਂ ਜੋ ਟੋਰ ਕੇ ਲੈ ਜਾਇਆ ਕਰਦੀ ਹੈ। ਰਾਣੀ, ਫਿਰ ਸਦੀ ਕਾਲੀਏ। ਬਸਾਲੀ ਵਾਲੇ ਰਾਜੇ ਨੇ ਉਹਨਾਂ ਨੂੰ ਸੱਦਿਆ ਹੀ ਹੈ। ਉਹ ਦੀਨ ਦਿਆਲ ਹਨ, ਆ ਜਾਣਗੇ। ਰਾਓ, ਇਹ ਪ੍ਰੇਮ ਦੇ ਰਸਤੇ ਵਿੱਚ ਮੇਰੀ ਜਾਚੇ ਬੇਅਦਬੀ ਹੈ। ਰਾਣੀ, ਤਾਂ ਜਿੰਨੇ ਲੋਕ ਆਪਣੇ ਵੱਡਿਆਂ ਨੂੰ ਘਰੀ ਨਿਉਤਾਂ ਦਿੰਦੇ ਹਨ, ਬੇਅਦਬੀ ਕਰਦੇ ਹਨ। ਰਾਓ, ਨਹੀਂ, ਬੂਟਿਆਂ ਨੂੰ ਜੀਬ ਨਹੀਂ ਕਿ ਮਾਲੀ ਨੂੰ ਸਦਕਾ ਲੈਣ। ਮੈਂ ਸਦਕਾ ਲਾਂ?
ਇਹ ਕਹਿੰਦਿਆਂ ਇਉਂ ਜਾਪਿਆ ਕਿ ਰਾਜੇ ਦੇ ਨੈਣਾਂ ਤੋਂ ਹੰਝੂ ਕਿਰਨ ਲੱਗਾ ਹੈ, ਪਰ ਅੱਖਾਂ ਨੇ ਪਾਟਣਾ ਖਾਧੀ ਤੇ ਉਹ ਉੱਥੇ ਨੈਣਾਂ ਵਿੱਚ ਹੀ ਪੀਤਾ ਗਿਆ। ਰਾਣੀ ਫਿਰ ਕਿੰਜ ਸਿੱਕ ਪੂਰੀ ਹੋ ਸੀ। ਰਾਓ ਮਾਲੀ ਬੂਟਿਆਂ ਦੀ ਚੁੱਪ ਆਵਾਜ਼ ਦਾ ਜਾਣੂ ਹੈ, ਉਹਨਾਂ ਦੇ ਨਾ ਟੁਰ ਸਕਣ ਤੇ ਨਿਤਾਣੇ ਪੁਣ ਦਾ ਵਾਕਬ ਹੈ। ਰਾਣੀ ਜੇ ਮਾਲੀ ਨੂੰ ਕੋਈ ਖਬਰ ਕਰ ਦੇਵੇ ਤਾਂ। ਰਾਓ ਇਹ ਮਾਲੀ ਅੰਤਰਯਾਮੀ ਹੈ, ਧੁਰੋਂ ਆਇਆ ਹੈ। ਰਾਣੀ ਤੁਹਾਡਾ ਜੇਰਾ ਬੜਾ ਵੱਡਾ ਹੈ, ਪਰ ਜੇ ਸਾਰਾ ਜਗਤ ਇਸ ਰਾਹੇ ਟੁਰੇ ਤਾਂ ਮਾਲੀ ਦਾ ਭਾਰ ਕਿੰਨਾ ਕੁ ਵਧੇ। ਰਾਓ ਮਾਲੀ ਭਾਰ ਤਾਂ ਹਰਨ ਆਇਆ ਹੈ, ਸਾਰਾ ਜਗਤ ਮੇਰੇ ਰਸਤੇ ਕਿਉਂ ਟੁਰੇ। ਮੈਂ ਤਦੇ ਤਾਂ ਚੁੱਪ ਹਾਂ ਕਿ ਜਿਸ ਰਾਹੇ ਮੈਂ ਪਿਆ ਹਾਂ ਕੋਈ ਨਾ ਪਵੇ। ਰਾਣੀ ਸਾਰੇ ਸਿੱਖ ਸੰਗਤ ਲੋੜਵੰਦ ਪ੍ਰੇਮੀ ਨੇਮੀ ਦਰਸ਼ਨ ਨੂੰ ਆਉਂਦੇ ਹਨ। ਰਾਓ ਰੱਬ ਨੇ ਉਹਨਾਂ ਦੇ ਸੁਭਾਅ ਵਿੱਚ ਟੁਰ ਕੇ ਜਾਣ ਦੀ ਚਾਹਨਾ ਤੇ ਟੁਰਨ ਦਾ ਬਲ ਬਖਸ਼ਿਆ ਹੈ। ਮੈਂ ਇਹੋ ਜਿਹਾ ਘੜਿਆ ਗਿਆ ਹਾਂ ਤੇ ਮੇਰਾ ਸੁਭਾਅ ਜਿਸ ਤਰ੍ਹਾਂ ਦਾ ਜਿਵੇਂ ਬਣ ਗਿਆ ਹੈ ਉਸ ਤਰ੍ਹਾਂ ਦਾ ਹਾਂ। ਮੈਂ ਜਗਤ ਨੂੰ ਜੋ ਜਾਣਦਾ ਹੈ ਭਾਗਾਂ ਵਾਲਾ ਤੇ ਚੰਗਾ ਸਮਝਦਾ ਹਾਂ। ਮੇਰੇ ਵਿੱਚ ਜੋ ਕੁਝ ਹੈ ਇਹ ਨਕਲ ਕਰਨੇ ਯੋਗ ਨਹੀਂ ਹੈ, ਪਰ ਮੈਂ ਜੋ ਕੁਝ ਹਾਂ ਉਸ ਤੋਂ ਹੋਰ ਵੀ ਨਹੀਂ ਹੋ ਸਕਦਾ। ਪ੍ਰਿਆਵਰ ਕਾਸ਼ ਤੁਹਾਨੂੰ ਹੈਰਾਨੀ ਮੇਰੇ ਪੜਦੇ ਪਾੜਨ ਤੱਕ ਨਾ ਲੈ ਜਾਂਦੀ। ਮਨੁੱਖ ਨੂੰ ਬਹੁਤ ਕੁਝ ਜਾਣਨੇ ਦੀ ਲੋੜ ਹੈ, ਪਰ ਕਦੇ ਕੋਈ ਐਸਾ ਵੀ ਹੈ ਕਿ ਜੋ ਨਾ ਜਾਣਿਆ ਚੰਗਾ ਹੁੰਦਾ ਹੈ। ਤੁਸਾਂ ਮੇਰਾ ਨਾ ਜਾਣਨੇ ਯੋਗ ਭੇਦ ਜਾਣ ਕੇ ਆਪਣੇ ਆਪ ਨੂੰ ਘਬਰਾ ਵਿੱਚ ਤੇ ਮੇਰੇ ਲਈ ਚਿੰਤਾ ਵਿੱਚ ਪਾਇਆ ਹੈ। ਮੈਂ ਜੋ ਕੁਝ ਦੱਸ ਰਿਹਾ ਹਾਂ ਦੱਸ ਕੇ ਖੁਸ਼ ਨਹੀਂ, ਤੁਹਾਨੂੰ ਤਸੱਲੀ ਹੁੰਦੀ ਨਹੀਂ ਤੇ ਮੈਨੂੰ ਦੱਸਣਾ ਇਸ ਕਰਕੇ ਪਿਆ ਕਿ ਤੁਸੀਂ ਭੇਦ ਦੇ ਜਾਣੂ ਹੋ ਕੇ ਪੁੱਛਦੇ ਹੋ। ਤੁਹਾਡੀ ਮੇਰੀ ਪੀੜ ਇੱਕ ਹੈ, ਦੁੱਖ ਸੁੱਖ ਸਾਂਝਾ ਹੈ, ਪਿਆਰ ਦਾ ਨਾਤਾ ਹੈ, ਕਿੰਜ ਹੁਣ ਨਾ ਦੱਸਾਂ। ਜੇ ਤੁਸੀਂ ਭੇਦ ਨਾ ਕੱਢਦੇ ਤਾਂ ਨਾ ਪੁੱਛਣ ਦੀ ਤੇ ਨਾ ਹੀ ਤਸੱਲੀ ਕਰਾਉਣ ਵਾਲੇ ਉਤਰਾਂ ਦੀ ਲੋੜ ਪੈਂਦੀ। ਪ੍ਰਿਆਵਰ ਤੁਸਾਂ ਨੇ ਅੱਜ ਪਹਿਲਾ ਦਿਨ ਹੈ ਕਿ ਮੈਨੂੰ ਇਹ ਗੱਲ ਆਖੀ ਹੈ ਕਿ ਤੁਹਾਡਾ ਪਿਆਰ ਦਾ ਨਾਤਾ ਹੈ। ਮੈਥੋਂ ਭੁੱਲ ਹੋਈ, ਪਰ ਪਿਆਰ ਦੀ ਲਹਿਰ ਵਿੱਚ ਤੁਸਾਂ ਮਿਹਰ ਕੀਤੀ, ਅਵਗੁਣ ਨਹੀਂ ਛਾਣਿਆ, ਸਗੋਂ ਆਪਣਾ ਖਿਆਲ ਸਾਰਾ ਸਮਝਾਇਆ ਹੈ। ਜੋ ਕਹਿੰਦੇ ਹੋ ਠੀਕ ਹੈ, ਪਰ ਇਹ ਮੈਂ ਨਹੀਂ ਅਜੇ ਵੀ ਸਮਝ ਸਕੀ ਕਿ ਤੁਸੀਂ ਪਿਆਰ ਛੁਪਾਉਂਦੇ ਕਿਉਂ ਹੋ। ਰਾਓ ਮੈਂ ਛੁਪਾਉਂਦਾ ਨਹੀਂ। ਹਨੇਰੇ ਰਹਿਣ ਵਾਲੀਆਂ ਚੀਜ਼ਾਂ ਹਨੇਰੇ ਹੀ ਠੀਕ ਹਨ, ਇਹ ਮੇਰਾ ਸੁਭਾਅ ਹੈ। ਜੜਾਂ ਹਨੇਰੇ ਤੇ ਬਿਰਛ ਚਾਨਣੇ ਹੀ ਸੋਭਦੇ ਹਨ। ਪ੍ਰਿਆਵਰ ਮੈਨੂੰ ਇੰਨੇ ਵਰਿਆਂ ਵਿੱਚ ਮਸਾਂ ਸੋਝੀ ਆਈ ਹੈ ਕਿ ਤੁਹਾਡੇ ਰੁੱਖੇ ਤੇ ਖੁਰਦਰੇ ਬਾਹਰਲੇ ਦੇ ਅੰਦਰ ਅਤ ਪਿਆਰ ਵਾਲਾ ਕੋਮਲ ਤੇ ਦਰਦਾਂ ਭਰਿਆ ਦਿਲ ਹੈ। ਤੁਸੀਂ ਜਿਉਂ-ਜਿਉਂ ਪਿਆਰ ਕਰਦੇ ਹੋ ਬਾਹਰੋਂ ਖੁਰਦਰੇ ਲੱਗਦੇ ਹੋ। ਤੁਹਾਡਾ ਰੁਖੇਵਾਂ ਅੰਦਰਲੇ ਪਸੀਜਨ ਦੀ ਨਿਸ਼ਾਨੀ ਹੁੰਦੀ ਹੈ, ਪਰ ਜਗਤ ਵਿੱਚ ਕੌਣ ਜਾਣੇ ਤੇ ਤੁਹਾਡਾ ਕੋਈ ਮਿੱਤਰ ਕਿਵੇਂ ਬਣੇ, ਜੇ ਬਣੇ ਤਾਂ ਕਿਵੇਂ ਰਹੇ। ਰਾਓ ਇਹ ਮੇਰੇ ਅਭਾਗ ਜਾਣੋ। ਮੈਨੂੰ ਮਿੱਤਰਾਂ ਦੇ ਟੋਟੇ ਦੀ ਹੀ ਦਾਤ ਮਿਲੀ ਹੋਊ। ਇਹੋ ਸਹੀ, ਇਕਨਾਂ ਵਿੱਚ ਬਹੁਤਿਆਂ ਨੂੰ ਪਿਆਰ ਕਰਨੇ ਦੀ ਸਤਿਆ ਹੁੰਦੀ ਹੈ, ਇਕਨਾਂ ਵਿੱਚ ਇੱਕ ਦੋ ਨੂੰ ਪਿਆਰ ਕਰਨੇ ਦੀ ਸਤਿਆ ਹੁੰਦੀ ਹੈ। ਇਹ ਆਪੋ ਆਪਣੀ ਸਤਿਆ ਹੈ, ਕੋਈ ਗੱਲ ਮਾੜੀ ਕੋਈ ਚੰਗੀ ਨਹੀਂ। ਜਿਹੀ ਅੰਦਰਲੀ ਦਸ਼ਾ ਤੇ ਅਮਲ। ਮੇਰੇ ਦਿਲ ਤੋਂ ਜ਼ਬਾਨ ਤੱਕ ਰਸਤਾ ਤੰਗ ਬਣਿਆ ਹੈ। ਪਿਆਰ ਜਦ ਉਸ ਗਲੀ ਥਾਣੀ ਲੰਘਦਾ ਹੈ ਤਾਂ ਫਸ ਜਾਂਦਾ ਹੈ। ਮੈਨੂੰ ਇਹ ਮੁਸ਼ਕਿਲ ਹੈ, ਮੈਂ ਕਿਸੇ ਸ਼ੇਖੀ ਵਿੱਚ ਤਾਂ ਨਹੀਂ ਹਾਂ। ਪ੍ਰਿਆਵਰ ਅੱਛਾ ਸਰਤਾਜ ਜੀਓ, ਜਗਤ ਨਾਲ ਤਾਂ ਜਿਵੇਂ ਵਰਤਿਆ ਉਹ ਤਾਂ 4 ਦਿਨਾਂ ਦੀ ਗੱਲ ਹੈ, ਪਰ ਜਿੱਥੇ ਦਿਲ ਦਿੱਤਾ ਉੱਥੇ ਵੀ ਨਾ ਜਾਣਾ, ਨਾ ਸੱਦਣਾ, ਨਾ ਮਿਲਣਾ, ਨਾ ਪੱਤਰ ਪਾਣਾ, ਨਾ ਸੰਦੇਸ਼ ਪਾਣਾ, ਵਾਏ ਨਾ ਸੋਏ, ਮੇਰਾ ਜੀ ਕਾਲਾ ਪੈਂਦਾ ਹੈ। ਰਾਓ ਜੋ ਮੇਰਾ ਭੇਦ ਜਾਣਿਆ ਜੇ ਉਹ ਅਜਾਣਿਆ ਕਰ ਦਿਓ। ਤੁਹਾਡੀ ਕਾਲ ਅੜ ਜਾਏਗੀ ਜਾਂ ਮੈਨੂੰ ਮੇਰੇ ਸੁਭਾਅ ਉੱਤੇ ਛੱਡ ਦਿਓ, ਜੋ ਹੋਊ ਦੇਖੀ ਚੱਲੋ। ਰਾਣੀ ਮੇਰੀ ਕਾਹਲ ਤੁਸਾਂ ਦੇ ਪਿਆਰ ਦੀ ਹੈ, ਕਹਿੰਦੀ ਹਾਂ ਹੁਣ ਤਾਂ ਘਰ ਆ ਗਏ ਨਰੈਣ,
ਗੰਗਾ ਹਿਮਾਲਿਆ ਛੱਡ ਕੇ ਸਾਡੇ ਨਗਰ ਆ ਗਈ, ਅਸੀਂ ਫਿਰ ਵੀ ਵਾਂਝੇ ਰਹੀਏ। ਤੁਸਾਨੂੰ ਮਨ ਦੀ ਮੁਰਾਦ ਮਿਲੇ, ਮੈਂ ਵੀ ਚਰਨਾਂ ਵਿੱਚ ਠੰਡ ਵੰਡਾਵਾਂ। ਰਾਓ, ਤੁਸੀਂ ਬਸਾਲੀ ਚਲੇ ਜਾਓ, ਇੱਥੇ ਸੱਦ ਲਓ, ਜਿਵੇਂ ਮਨੋਕਾਮਨਾ ਪੂਰਨ ਹੋਵੇ ਕਰ ਲਓ, ਮੇਰੀ ਰੋਕ ਨਹੀਂ। ਮੇਰੇ ਕੋਲੋਂ ਉਹ ਕੁਛ ਨਾ ਕਰਾਓ ਜੋ ਕੁਛ ਕਿ ਮੇਰੇ ਅੰਦਰ ਨਹੀਂ ਹੈ। ਟੁਰ ਕੇ ਜਾਣ ਦਾ ਤਾਣ, ਸਦ ਬੁਲਾਵਣ ਦੀ ਹੈਸੀਅਤ ਮੇਰੀ ਨਹੀਂ। ਪਿਆਰ ਮੇਰੇ ਅੰਦਰ ਕੋਈ ਬਖਸ਼ਿਸ਼ ਹੈ, ਪਰ ਉਹ ਮੇਰੀ ਨਹੀਂ। ਮੈਂ ਉਸ ਨੂੰ ਘੁੱਟ-ਘੁੱਟ ਕੇ ਰੱਖਣਾ ਹੈ ਕਿ ਕਿਤੇ ਕਿਸੇ ਦਿਖਾਵੇ ਵੇਲੇ ਮੇਰੇ ਹੱਥੋਂ ਤਿਲਕ ਨਾ ਜਾਵੇ। ਰਾਣੀ, ਜੇ ਆਪ ਅਨੰਦਪੁਰ ਚਲੇ ਗਏ ਤਾਂ ਫੇਰ? ਰਾਓ, ਜੇ ਅੱਜ ਮੇਰਾ ਘਟ ਬਿਨਸ ਜਾਵੇ ਤਾਂ? ਰਾਣੀ ਰੋ ਪਈ। ਬਸ ਕਰੋ, ਮੈਂ ਭੁੱਲੀ, ਹੱਥ ਜੋੜ ਕੇ ਕੁਵਾਕ ਨਾ ਕੱਢੋ। ਰਾਓ, ਮੈਂ ਤੁਸਾਡੀ ਵੱਲੋਂ ਆਪ ਪੁੱਛਦਾ, ਫਿਰ ਕੀ ਹੋ ਸੀ? ਤੇ ਮੈਂ ਉੱਤਰ ਦਿੰਦਾ ਹਾਂ, ਜੇ ਘਟ ਜਾਏ ਤਾਂ ਭਾਉ ਨਾ ਜਾਸੀ, ਪਿਆਰ ਦੀ ਕਣੀ ਅੰਦਰੋਂ ਨਾ ਜਾਵੇ। ਮੈਸ਼ੂਮ ਦਾ ਇਹੋ ਤਨ ਹੈ, ਇਹ ਨਾ ਜਾਏ। ਜਿਸ ਦੇ ਨਾਲ ਇਹ ਪ੍ਰੇਮ ਕਣੀ ਹੈ, ਉਹ ਅੰਤਰਯਾਮੀ ਹੈ, ਲੋਕ ਪਰਲੋਕ ਦਾ ਮਾਲਕ ਹੈ। ਜੋ ਉਹ ਕਰੇ ਠੀਕ ਹੋਊ। ਰਾਣੀ, ਤੁਸੀਂ ਇੱਕ ਰਾਜਨੀਤੀ ਦੀ ਗੱਲ ਵੀ ਸੁਣ ਲਓ। ਕਦੇ ਤੁਸੀਂ ਗੁਰੂ ਜੀ ਦੇ ਵਿਰੁੱਧ ਜੰਗ ਵਿੱਚ ਸ਼ਰੀਕ ਨਹੀਂ ਹੋਏ, ਇਸ ਕਰਕੇ ਰਾਜੇ ਤੁਸਾਂ ਨਾਲ ਰਾਜ਼ੀ ਨਹੀਂ। ਸਾਰੇ ਕੀਨਾਖੋਰ ਹਨ। ਜਦ ਤੁਸੀਂ ਅੜਕੇ ਆਏ ਕਸਰ ਨਹੀਂ ਕਰਨਗੇ। ਇੱਧਰ ਸਿੱਖਾਂ ਨਾਲ ਨਿਉ ਨਹੀਂ, ਇੱਧਰੋਂ ਆੜੇ ਵਕਤ ਮਦਦ ਨਹੀਂ ਮਿਲਣੀ। ਕੀ ਚੰਗੀ ਗੱਲ ਨਹੀਂ ਕਿ ਇੱਧਰ ਪ੍ਰਗਟ ਨਹੀਂ ਲੱਗੇ ਤੇ ਇੱਕ ਆਸਰਾ ਤਾਂ ਪੱਕਾ ਹੋ ਜਾਵੇ। ਰਾਓ, ਹੁਣ ਤੁਸੀਂ ਗੱਲ ਦੇ ਹੋਰ ਨੇੜੇ ਆ ਗਏ ਹੋ। ਰਾਜਨੀਤੀ ਤੇ ਪਿਆਰ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਇਸ ਤੁਹਾਡੀ ਵਿਚਾਰ ਨੂੰ ਅੱਗੇ ਧਰ ਕੇ ਮਿਲਾਂ ਤਾਂ ਪਿਆਰ ਨਹੀਂ। ਜੇ ਅੰਦਰ ਹੋਵੇ ਵੀ ਤਾਂ ਮੇਰਾ ਮਨ ਕਹਿੰਦਾ ਹੈ ਕਿ ਉਹ ਭੁਲੇਖਾ ਹੈ। ਇਹ ਨੀਤੀ ਦੀ ਵਿਚਾਰ ਨਹੀਂ, ਇਹ ਪ੍ਰੇਮ ਨੂੰ ਭੁਲੇਵੇ ਵਿੱਚ ਪਾਉਣ ਵਾਲੀ ਗੱਲ ਹੈ। ਨਾ ਮਿਲਿਆ ਪਿਆਰ ਦੀ ਕਣੀ ਨਿਰਮਲ ਦਿਸ ਰਹੀ ਹੈ, ਪਰ ਮਿਲਿਆ ਨੀਤੀ ਦਾ ਹਨੇਰਾ ਨਾਲ ਪੈਂਦਾ ਹੈ। ਹਾਏ ਮੇਰੀ ਨਿੱਕੀ ਨਿੱਕੀ ਕਣੀ ਨਿਰਮਲ ਰਹੇ। ਕਿਵੇਂ ਨਿਰਮਲ ਰਹੇ? ਇਵੇਂ ਨਿਰਮਲ ਰਹੇ ਜਿਵੇਂ ਮੈਂ ਤੁਰਦਾ ਹਾਂ। ਬਾਕੀ ਰਿਹਾ ਰਾਜ ਭਾਗ, ਮੈਂ ਨਹੀਂ ਤੇਗ ਮਾਰੀ, ਆਪੇ ਮਿਲਿਆ ਹੈ। ਜਾਏਗਾ ਤਾਂ ਤੇਗ ਮਾਰਾਂਗਾ, ਤੇਗ ਨਾਲ ਰਹਿ ਗਿਆ ਜੀ ਸਦਕੇ, ਤੇਗ ਮਾਰਦਿਆਂ ਟੁਰ ਗਿਆ ਜੀ ਸਦਕੇ। ਨਾ ਛੱਡਣਾ ਹੈ ਨਾ ਦੇਣਾ ਹੈ। ਜਾਣ ਲੱਗੇ ਤਾਂ ਨਾ ਜਾਣ ਦੇਣ ਦਾ ਸਾਰਾ ਤਾਣ ਲਾਉਣਾ ਹੈ। ਚਲਾ ਜਾਏ ਤਾਂ ਸੀ ਨਹੀਂ ਕਰਨੀ। ਇੱਕ ਪਿਆਰ ਦੀ ਕਣੀ ਅੰਦਰ ਤੱਕਣੀ ਹੈ। ਰਾਣੀ, ਹੁਣ ਬਸ ਹੋ ਗਈ। ਮੈਂ ਅੱਜ ਆਪਣੇ ਪਿਆਰੇ ਸਰਤਾਜ ਨੂੰ ਬਹੁਤ ਖੇਚਲ ਦਿੱਤੀ ਹੈ। ਤੁਸੀਂ ਚੰਗੇ ਹੋ ਤੇ ਦਾਨੇ ਹੋ। ਮੈਂ ਕਾਲੀ ਹਾਂ ਤੇ ਜੇਰਾ ਨਹੀਂ ਰੱਖਦੀ। ਤੁਸੀਂ ਤੁਰੋ ਉਸ ਰਾਏ ਜੋ ਤੁਸਾਨੂੰ ਖੁਸ਼ ਆਉਂਦਾ ਹੈ। ਪ੍ਰੀਤ ਤਾਰ ਨਾ ਟੁੱਟੇ, ਪ੍ਰੇਮ ਕਣੀ ਨਾ ਖੁੱਸੇ, ਪਿਆਰ ਲਸ ਨਾ ਮਿਟੇ। ਸੋ ਕਰੋ ਜੋ ਇਹ ਸਲਾਮਤ ਰਹੇ। ਮੈਨੂੰ ਖਿਮਾ ਕਰੋ ਕਿ ਆਪ ਦਾ ਭੇਤ ਲੱਭਿਆ ਤੇ ਆਪ ਦਾ ਇੰਨਾ ਧਿਆਨ ਇਸ ਬਹਿਸ ਵਿੱਚ ਪਾਇਆ। ਰਾਓ, ਜੋ ਤੁਰੋਂ ਹੁਕਮ ਸੀ ਹੋ ਗਿਆ। ਕੁਦਰਤ ਨੇ ਜੋ ਚਾਹਿਆ ਕੀਤਾ। ਹੁਣ ਸੋਚ ਨਾ ਕਰੋ। ਮੈਨੂੰ ਤੁਰਨ ਦਿਓ ਉਸ ਰਸਤੇ ਜੋ ਮੈਨੂੰ ਦਿਖਾਇਆ ਹੈ ਦਾਤੇ ਨੇ। ਵਜ਼ੀਰ, ਮਹਾਰਾਜ, ਉਸ ਦਿਨ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਚਾਨਕ ਦਰਸ਼ਨ ਦੀਦਾਰੇ ਹੋ ਜਾਣ ਤੇ ਜੋ ਮੈਂ ਉਸ ਵੇਲੇ ਕੀਤਾ ਆਪ ਨੂੰ ਦੱਸਿਆ ਸੀ। ਰਿਆਸਤ ਵਿੱਚ ਆਗਿਆ ਘੱਲ ਦਿੱਤੀ ਹੈ ਕਿ ਉਹਨਾਂ ਦਾ ਆਦਰ ਹੋਵੇ। ਜਿਸ ਸ਼ੈ ਦੀ ਲੋੜ ਪਵੇ ਪਹੁੰਚ ਹਾਜ਼ਰ ਕਰਨ। ਖਬਰਾਂ ਆਉਂਦੀਆਂ ਹਨ ਕਿ ਆਪ ਕਦੇ ਕਦੇ ਸ਼ਿਕਾਰ ਕਰਦੇ ਦਰਆ ਨਿਕਲਦੇ ਹਨ ਤੇ ਇਹੋ ਜਿਹੇ ਵਾਕ ਕਰਦੇ ਹਨ। ਇੱਥੇ ਆ ਕੇ ਅਨੰਦਪੁਰ ਦੀ ਹਵਾ ਝੁੱਲ ਪੈਂਦੀ ਹੈ। ਜਾਪਦਾ ਹੈ ਜੋ ਉਹਨਾਂ ਦਾ ਚਿੱਤ ਇੱਥੇ ਰਹਿਣ ਨੂੰ ਕਰਦਾ ਹੈ। ਨੀਤੀ ਹੈ ਤੇ ਧਰਮ ਹੈ ਕਿ ਆਦਰ ਨਾਲ ਸੱਦ ਲਈਏ ਤੇ ਰੱਖ ਕੇ ਸੇਵਾ ਕਰੀਏ। ਆਪ ਦੀ ਜਿਵੇਂ ਰਜ਼ਾ ਹੋਵੇ। ਰਾਓ, ਅਨੰਦਪੁਰ ਦੀ ਹਵਾ ਝੁੱਲ ਪੈਂਦੀ ਹੈ। ਮਨ ਉਹਨਾਂ ਨੂੰ ਆਪਣਾ ਘਰ ਲੱਗਦਾ ਹੈ। ਰੱਬ ਤੇ ਗੁਰੂ ਮਾਲਕ ਜੋ ਹੋਏ ਘਰ ਲੱਗਦਾ ਹੈ। ਘਰ ਜੋ ਹੋਇਆ। ਵਜ਼ੀਰ, ਸੱਦ ਲਈਏ। ਰਾਓ, ਪੌਣ ਕਿਸੇ ਦੇ ਨਿਉਤੇ ਉਡੀਕਦੀ ਹੈ। ਮੀਂਹ ਕਿਸੇ ਦਾ ਸਦਿਆ ਆਉਂਦਾ ਹੈ। ਮੰਤਰੀ,
सत है, पर मैं मंत्री हाँ जो फुरे बिने करदा हाँ। आग्या विच तुरना है, सदन बाबत किवें आ गया है। राजा चुप हो गया ते कोई उत्तर ना दिता। मंत्री इस सुभाਅ ਨੂੰ ਜਾਣਦਾ ਸੀ। कुछ चिर मगरों राजसी काम करके मंत्री चला गया। उसका सुभाਅ ਸੀ कि जाके एकांत बैठ के राव दे कदे कदे नासाफ ते बुझारतां वर्गे उत्तरां दे अर्थ सोचिया करदा सी। हुण घर जाके अज दे कहे वाकां दा अर्थ ਲੱਭਣ लगा। पौण किसे दे न्योते उडीकदी है, मींह किसे दा सदिया आउंदा है। पौण आपे आउंदी है, ਉਹ आपे ਆਉਣਗੇ। मींह किस दा सदिया आउंदा है, सदिया मींह नहीं आउंदा। अर्थ होया कि सदना योग नहीं, ਉਹ बड़े ਵੱਡੇ ਹਨ। ਚਾਉਣਗੇ ਤਾਂ आपे ਆਉਣਗੇ, ਇਉਂ ਆਏ ਤਾਂ ਜੀ ਸਦਕੇ। ਇਹ अर्थ ਕੱਢ ਕੇ ਮੰਤਰੀ ਨੇ ਇਸ ਤੋਂ ਵਧੇਰੇ ਹੋਰ ਕੁਝ ਨਾ ਕੀਤਾ। पर यह सोच के कि मैं मंत्री हाँ, मैं मालिक दी खैरखाई करनी है, ते खैरखाई इस गल विच है कि गुरु जी आउण, असी आदर सत्कार करिए। पहाड़ी राजे समझण के इन्हां दी धिर है। जे दोवली अटंक रहीए तां भीड़ पई ते मदद किस तों लईए। राजे दे सुभाਅ दा पता नहीं लगदा। भला है, बुरा कदे नहीं करदा, रुखा है, कुछ खुरदरा है, पर है सियाणा ते नेकी वाला। चुप रहिंदा है, घट बोलदा है, पर जो बोलदा है तुलवा। टिकाणे दा अर ठीक, फिर ना वो झूठ हुंदा है, ना वो नीति विरुद्ध हुंदा है। प्यार किसे नाल जापदा नहीं। राणी बड़ी चंगी है, पर बांदियां दसदियां हन कि राणी नाल कोई खास प्यार नहीं। पर अचरज है कि दूजा विआह नहीं करदा, किसे गोली बांदी वल नहीं तकदा, किसे पासे मैली अख तक नहीं पाउंदा। ठाकर द्वारे के शिव द्वारे नहीं वड़दा, कथा नहीं सुनदा, तीरथ परसन नहीं गया, गुरु नहीं तारिया। पर आया अतिथि खाली भी कोई नहीं जांदा, किसे मंदिर दा रोजीना बंद नहीं। हिंदू मुसलमान फकीर सवाली आवे तां हथों किर पैंदा है। साधु संत आवे तां सुन गिण भी लैंदा है। भेजदा किसे फकीर नाल नहीं, मेरे नाल ओपरा रहिंदा है। पर मेरी तरक्की कीती है, मेरे बच्चे दे विआह दा सारा खर्च दिता है। जे कहो रुखा है तां नहीं, जे कहो प्यार वाला है तां थाऊ नहीं पैंदा। एक गल पक्की है कि भला है, समझ वाला है, पर कमगो है ते न्यारा रहन वाला है। किस आहरे परचदा है ते किथे जाके खुलदा है, ये थाऊ नहीं। बिदना ऐसे सुभाਅ कदे कदे ही रचदी है। अच्छा मेरा स्वामी है ते मैं उन्हां दे पानी दी थां लहू अपना डोलना है। गुरु रू प्यारी साध संगत जी, इस लिखत दा अखीरला भाग आप जी नूं अगे सरवण कराउण दी कोशिश करांगे जी। वाहिगुरू जी का खालसा, वाहिगुरू जी की फतेह।